बल्ले सोटे जेड़ी चीज़ हथी आउंदी सी ना मेरे सिर च मारदी सी। मेरी पोती दी पसलियां भी टुटियां, दोवें बाहां टुटियां, दोवें लत्तां टुटियां, गर्दन दी हड्डी टुटी आ, 2 मोढियां दी हड्डियां टुटियां, कंड सारी गली पई आ, कीड़े चले हुए आ, 6 महीने दे जख्म होए आ। आदि है मेरे सिर च दादी फुटबाल मार के ओदे बच्चे खेडदे सी। रोजाना बिलिया ना गए मियाँ बीवी मेरिया लत्तां च टुटियां, लत्तां च बल्ले मारने, मेरे ठुड्डे मारने। मैं खैर जमाना तू किदां बर्दाश्त कीते। आदि दादी मैं उत्थे किनू दसदी, मैं कल्ली सीधी कोल डंडा लै खड़ी जा हो जांदी सोटी। आदि भी हस के गल करनी मां नाल, ਉਹਨੂੰ ਇਹੋ ਦੱਸਣਾ ਮੈਂ ਬਿਲਕੁਲ ਖੁਸ਼ ਰਹਿੰਦੀ ਆ। ਮਾਂ ਜੀ ਸਿਰਫ ਜੱਜ ਸਾਹਿਬ ਦੀ ਬੇਗਮ ਹੀ ਜ਼ੁਲਮ ਕਰਦੇ ਸੀ? ਦੋਵੇਂ ਹੀ, ਮੀਆਂ ਬੀਵੀ। ਜੱਜ ਸਾਹਿਬ ਵੀ ਜ਼ੁਲਮ ਕਰ ਰਹੇ ਸੀ? ਜੱਜ ਸਾਹਿਬ भी जुल्म करता रहा। बिस्मिल्लाहिर्रहमानिर्रहीम, अस्सलाम वालेकुम। मैं हूं उमर चीमा और आप देख रहे हैं दस्तक टीवी। नाज़रीन, इस वक्त मैं रिजवाना केस को कवर करने के लिए लाहौर के जनरल अस्पताल में मौजूद हूं। वो रिजवाना बच्ची जिसको एक मुनसिफ की बीवी ने अपनी बर्बरियत का निशाना बनाया, अपनी तमाम तर फ्रस्ट्रेशन का निशाना बनाया। उस बच्ची को तेज़ाब तक का गरारा करवाया गया सिर्फ इसलिए कि वो अपने फैमिली को, अपने अहलो अयाल को तमाम तर रुदात जो उस बच्ची पर बीत रही थी इस्लामाबाद में वो बयान ना कर सके, सिर्फ इसलिए कि वो गर्द पड़ी देख नहीं सकी मेज़ पर। उसकी आंखों में गर्म सलाई लगाते हुए उसकी आंखों तक को दाग दिया गया, उसके सर में, उसकी कमर में कीड़े पड़े हुए हैं। वो ज़ख्म जो उसको दिए जाते थे फ्रस्ट्रेशन का नतीजा के तौर पर, उनको क्योर भी नहीं किया जाता था। ये क्या मामलात हैं, ये क्या हैवानियत थी, बल्कि हैवानियत भी शायद किसी तकाज़े तक जाती हो। ये क्या गैर इंसानी तरीक़ा था कि आप एक इंसान को महज अपनी फ्रस्ट्रेशन का निशाना बना रहे हैं और उसको क्योर भी नहीं कर रहे, उसका कोई इलाज मुआवजा भी नहीं करवा रहे, उसका फैमिली से रब्ता भी नहीं करवा रहे। उस बच्ची की यानी रिजवाना की दादी और उनके वालिद इस वक्त मेरे साथ मौजूद हैं। अस्सलाम वालेकुम माँ जी। वालेकुम सलाम। माँ जी, तुहाडे नाल गल हुई बच्ची दी तफसीली रिजवाना दी, की गल कीती, उन्हें की दस्सिया कि की हुंदा रहा उत्थे? ਉਹਨਾਂ ਮੇਰੀ ਪੋਤੀ ਨੇ ਦੱਸਿਆ ਵੀ ਦਾਦੀ ਜੂ ਮੈਨੂੰ ਲਗਾਇਆ ਨਾ, ਸਭ ਤੋਂ ਪਹਿਲਾਂ ਜਾਂਦਿਆਂ ਉਹਨੇ ਮੇਰੇ 9 ਖਿੱਚੇ ਪਲਾਸ ਨਾਲ, ਬੰਦਾ ਵੀ ਕੋਲ ਉਹਦਾ, ਜੱਜ ਵੀ ਤੇ ਬੀਵੀ ਵੀ। ਮੈਂ ਖੈਰ ਜ਼ਮਾਨਾ ਤੂੰ ਕਿੱਦਾਂ ਬਰਦਾਸ਼ਤ ਕੀਤੇ। ਆਦੀ ਦਾਦੀ ਮੈਂ ਉੱਥੇ ਕਿਹਨੂੰ ਦੱਸਦੀ, ਮੈਂ ਕੱਲੀ ਸੀਦੀ। सिर्फ 4 ਜਾਂ 5 ਦਿਨਾਂ ਦੀ ਮੈਨੂੰ ਕੁਛ ਨਹੀਂ ਆਖਿਆ। ਰਜ਼ਵਾਨਾ ਤੂੰ ਕਿਹੜਾ ਐਸਾ ਉਹਨਾਂ ਦਾ ਜ਼ੁਲਮ ਕੀਤਾ ਜਿਹੜੇ ਤੇਰੇ ਉਹਨਾਂ 9 ਖਿੱਚੇ ਪਲਾਸ ਨਾਲ। ਆਦੀ ਦਾਦੀ ਮੈਨੂੰ ਆਦੀ ਸੀ ਤੂੰ ਪਰੋਲੀ ਸਹੀ ਨਹੀਂ ਲਾਉਂਦੀ, ਤੂੰ ਕੰਮ ਅੱਛੇ ਤਰੀਕੇ ਸੇ ਨਹੀਂ ਕਰਦੀ। ਦਾਦੀ ਮੈਂ ਉੱਥੇ ਕਿਹਨੂੰ ਦੱਸਦੀ। ਮੈਂ ਤਾਂ ਤੇਰੀ ਮਾਂ ਦੀ 2-3 ਵਾਰੀ ਫੋਨ ਹੋਇਆ, ਤੂੰ ਉਹਨੂੰ ਦੱਸਦੀ। ਆਦੀ ਦਾਦੀ ਕੋਲ ਡੰਡਾ ਲੈ ਖੜੀ ਜਾ ਹੋ ਜਾਂਦੀ ਸੋਟੀ। ਆਦੀ ਵੀ ਹੱਸ ਕੇ ਗੱਲ ਕਰਨੀ ਮਾਂ ਨਾਲ, ਉਹਨੂੰ ਇਹੋ ਦੱਸਣਾ ਮੈਂ ਬਿਲਕੁਲ ਖੁਸ਼ ਰਹਿੰਦੀ ਆ। ਅੰਮੀ ਮੈਂ ਬੜੀ ਖੁਸ਼ ਆ ਇੱਥੇ। ਦਾਦੀ ਮੈਂ ਕਿੱਦਾਂ ਦੱਸਦੀ, ਇਸ ਵਜ੍ਹਾ ਤੋਂ ਮੈਂ ਨਹੀਂ ਦੱਸਿਆ। ਦਾਦੀ ਫਿਰ ਬੱਲੇ ਸੋਟੇ ਜਿਹੜੀ ਚੀਜ਼ ਹੱਥੀ ਆਉਂਦੀ ਸੀ ਨਾ ਮੇਰੇ ਸਿਰ 'ਚ ਮਾਰਦੀ ਸੀ। ਮੇਰੀ ਪੋਤੀ ਦੀ ਪਸਲੀਆਂ ਵੀ ਟੁੱਟੀਆਂ ਦੋਵੇਂ, ਨਹੀਂ ਤੇ ਆ ਉੱਤੇ ਪਈ ਆ, ਜਿਹੜਾ ਦੇਖਣੀ ਆ ਕੇ ਦੇਖ ਸਕਦਾ। ਡਾਕਟਰ ਉੱਥੇ 10, 12, 14 ਮੌਜੂਦ ਆ। 2 ਪਸਲੀਆਂ ਟੁੱਟੀਆਂ, ਨੱਕ ਦੀ ਹੱਡੀ ਟੁੱਟੀ, ਦੰਦ 2 ਟੁੱਟੇ, ਲਿਬ ਦੇ 2 ਟੁੱਟੇ ਹੋਏ ਆ, ਦਿਮਾਗ ਦੀ ਹੱਡੀ ਟੁੱਟੀ, ਗਰਦਨ ਦੀ ਹੱਡੀ ਟੁੱਟੀ ਆ, 2 ਮੋਢਿਆਂ ਦੀਆਂ ਹੱਡੀਆਂ ਟੁੱਟੀਆਂ, ਕੰਡ 'ਚੋਂ ਕਗੋੜ ਦੀ ਹੱਡੀ ਟੁੱਟੀ ਆ, ਕੰਡ ਸਾਰੀ ਗਲੀ ਪਈ ਆ, ਕੀੜੇ ਚਲੇ ਹੋਏ ਆ, ਇਹ ਸਾਰੇ ਸਿਰ 'ਚ ਕੀੜੇ ਪਏ ਹੋਏ ਆ, ਦੋਵੇਂ ਬਾਹਾਂ ਟੁੱਟੀਆਂ, ਦੋਵੇਂ ਲੱਤਾਂ ਟੁੱਟੀਆਂ। ਮੈਂ ਕਿੱਦਾਂ ਇਨਸਾਫ ਨਾ ਮੰਗਾ ਵਜ਼ੀਰੇ ਆਲਾ ਕੋਲੋਂ, IG ਪੰਜਾਬ ਕੋਲੋਂ। मेरी FIR दोबारा कट्टी जावे, ਅਸੀਂ ਆਪ ਕਟਾਉਣੀ ਮਦਈ, ਮੈਂ ਆਪ ਖੁਦ ਬਣਨਾ। ਜੀ ਉਹ ਕੀ FIR ਪਹਿਲੀ ਤੁਸੀਂ ਆਪ ਨਹੀਂ ਕਟਾਈ? ਨਹੀਂ। ਕੀ ਮਸਲਾ ਬਣਿਆ? ਕੋਈ ਨਹੀਂ, ਬੱਚੀ ਹਜੇ ਆਈ ਆ ਸਰਗੋਦੇ ਹਸਪਤਾਲ 'ਚ, ਸਾਨੂੰ ਤੇ ਆਪਣੀ ਪੈ ਗਈ। ਸਾਡੀ ਬੱਚੀ ਨਾਲ ਬਣਾ ਕੇ ਦਿੱਤਾ, ਉਹਨੇ ਕੀ ਕੀਤਾ ਇਹਨਾਂ ਨੇ। ਸਾਬ ਕਾਮਰਾਨ DPO ਆ, ਉਹਨਾਂ ਆਖਿਆ ਨਹੀਂ ਫੇਰ ਵੀ ਤੁਸੀਂ ਥੋੜੀ ਬਹੁਤੀ ਲਿਖੋ, ਜਿਹੜੇ ਛੋਟਾ ਹਮਲਾ ਉਹਨਾਂ ਦੇ ਘਰ ਧੀਆਂ ਵੀ ਹੋਣੀਆਂ, ਭੈਣਾਂ ਵੀ ਹੋਣੀਆਂ, ਉਹਨਾਂ ਨੂੰ ਖੁਦਾ ਦੇ ਕਹਿਰ ਤੋਂ ਡਰ ਨਹੀਂ ਆਉਂਦਾ, ਜਿਹੜੇ ਇੰਨਾ ਜ਼ੁਲਮ ਕਰਦੇ, ਸਾਜ਼ਬਾਜ਼ੀ ਕਰਦੇ ਜਿਹੜੇ। ਉਹ ਸੱਚੋਂ ਨੇ ਸੰਭਾਲਿਆ। ਮੈਂ ਬਾਰ-ਬਾਰ ਆਖਿਆ ਬੇਟਾ ਜੇ ਇਨਸਾਫ ਕਰਾਂ ਤੈਨੂੰ ਅੱਲਾ ਹਾਜ਼ਰ ਦੇਦਾ, ਜਿਹੜਾ ਤੁਸੀਂ ਸਾਜ਼ਬਾਜ਼ੀ ਕਰਦੇ ਕੰਮ ਨਾ ਕਰੀ। ਅੱਗੋਂ ਮੁਸਕਰਾਵੇ। ਉਹ ਇੱਕ ਹੋਰ DPO ਡਿਪਟੀ DSP ਨੂੰ ਆਰਡਰ ਦੇ ਗਿਆ ਸਾਹਿਬ ਵੀ ਦਰਖਾਸਤ ਇਹਨਾਂ ਦੀ ਲਿਖ। ਉਹਦੇ ਕੋਲ ਇੱਕ ਹੋਰ ਬੰਦੇ ਨੇ ਫੜ ਲਈ, ਉਹਨੂੰ ਦਸਤੀ ਕਾਲ ਆ ਗਈ ਜੱਜ ਦੀ। ਅਸੀਂ ਇੱਦਾਂ ਬੈਠੇ ਤੇ ਇੱਦਾਂ ਉਹ ਬੈਠਾ, ਸਾਡੇ ਵੱਲ ਦੇਖ ਕੇ ਹੱਸਿਆ, ਨਾਲ ਕਾਲ ਸੁਣੀ। ਫਿਰ ਉਹਨਾਂ ਸਾਨੂੰ ਨਹੀਂ ਕੁਛ ਵੀ ਪੁੱਛਿਆ। ਖੁਦ ਹੀ ਦਰਖਾਸਤ ਲਿਖੀ? ਖੁਦ ਹੀ ਉਹਨਾਂ ਲਿਖੀ ਆ, ਖੁਦ ਹੀ ਲਿਖ ਕੇ। ਅਸੀਂ ਨਹੀਂ ਸੀ ਲਾਉਂਦੇ ਗੂਠਾ। ਮੈਂ ਆਖਿਆ ਵੀ ਮੰਗਾ ਤੇ ਇੱਥੇ ਹੀ ਕੋਈ ਨਹੀਂ ਗੂਠਾ ਦਾ ਵਾਲਿਦ। ਹਾਂ,
ਇਹ ਨਾਲ ਆਈ ਸੀ ਉਹਦੀ ਵਾਲਦਾ, ਮੈਂ ਕਿਹਾ ਉਹਦੀ ਵਾਲਦਾ ਮਤਈ ਬਣਨੀ ਜਾਂ ਮੈਂ ਬਣਨਾ, ਅਸੀਂ ਹਜੇ ਕੁਛ ਵੀ ਨਹੀਂ ਲਿਖਾਉਣਾ। ਨਹੀਂ ਮੰਗਾ ਗੂਠਾ ਲਾਵੇ, ਮੰਗਾ ਗੂਠਾ ਲਾਵੇ। माँ जी ਜ਼ਬਰਦਸਤੀ बच्ची SHO ਨੇ ਗੂਠਾ ਲਵਾਇਆ ਇਹਦਾ, ਸਾਨੂੰ ਕੋਈ ਪਤਾ ਨਹੀਂ ਉਹਨੇ ਕੀ ਲਿਖਿਆ ਕੀ ਨਹੀਂ ਲਿਖਿਆ। ਜੇ ਕੁੜੀ ਲਿਆਈ ਸਿਰਫ ਮਾਂ ਕੱਲੀ ਜਾ ਕੇ, ਸਬੂਤ ਵੀ ਸਾਡੇ ਕੋਲ ਮੌਜੂਦ ਆ। ਸਲਾਮਾਬਾਦ ਵਾਲਾ SP ਆ ਕੇ ਲੈ ਵੀ ਗਿਆ ਸਬੂਤ, ਵਿੱਚ ਡਾਕਟਰ ਬੈਠਾ ਗੱਡੀ ਦੇ, ਗੱਡੀ ਡੱਬੋ ਚਾਈ, ਉਹਨੇ ਡੱਬਾ ਛੋਟਾ ਜਿਹਾ ਲਿਖ ਦਿੱਤਾ। ਹਰ ਗੱਲ ਗਲਤ ਆ, ਅਸੀਂ ਕੋਈ ਵੀ ਨਹੀਂ ਲਿਖਾਈ। माँ जी सिर्फ जज साहब दी बेगम ही जुल्म करते सी? ਦੋਵੇਂ ਹੀ ਮੀਆਂ ਬੀਵੀ। जज साहब भी जुल्म कर रहे सी? ਜੱਜ ਸਾਹਿਬ ਵੀ ਜ਼ੁਲਮ ਕਰਦਾ ਰਿਹਾ। ਬੱਚੇ ਵੀ ਦੱਸਦੀ ਵੀ ਦਾਦੀ ਤੈਨੂੰ ਬੇਟਾ ਮੈਂ ਕਿਹੜਾ ਕਿਹੜਾ ਬਿਆਨ ਦੱਸਾਂ। ਆਦੀ ਦਾਦੀ ਵੀ ਅੱਜ ਜਿੱਦਣ ਦਿੱਤੀ ਹੈ ਨਾ ਉਦਣ ਤੱਕ ਰੋਜ਼ਾਨਾ ਜ਼ਖਮਾਂ ਹੋਇਆਂ 'ਚ 6 ਮਹੀਨਿਆਂ ਦੇ ਜ਼ਖਮ ਹੋਏ ਆ। ਆਦੀ ਐ ਮੇਰੇ ਸਿਰ 'ਚ ਦਾਦੀ, ਰੋਜ਼ਾਨਾ ਉਹਦੇ ਬੱਚੇ ਫੁੱਟਬਾਲ ਮਾਰ ਮਾਰ ਕੇ ਨਾ ਜਿਵੇਂ ਕੰਧ 'ਚ ਮਾਰੀਦਾ। ਮੈਂ ਤੈਨੂੰ ਪੁੱਤ ਕਿਹੜੀ ਕਿਹੜੀ ਸੁਣਾਵਾਂ। ਮੁਸਲਮਾਨ ਬੰਦੇ ਦੀ ਰੂਹ ਕੰਬ ਜਾਂਦੀ। ਦਾਦੀ ਮੇਰੇ ਸਿਰ 'ਚ ਨਾ ਫੁੱਟਬਾਲ ਮਾਰ ਕੇ ਉਹਦੇ ਬੱਚੇ ਖੇਡਦੇ ਸੀ। ਰੋਜ਼ਾਨਾ ਬਿਲਿਆਂ ਨਾ ਗਏ ਮੀਆਂ ਬੀਵੀ, ਮੇਰੀਆਂ ਲੱਤਾਂ 'ਚ ਟੁੱਟੀਆਂ ਲੱਤਾਂ 'ਚ ਬੱਲੇ ਮਾਰਨੇ, ਮੇਰੇ ਠੁੱਡੇ ਮਾਰਨੇ। ਫਿਰ ਜ਼ਖਮਾਂ ਦੇ ਵਿੱਚ ਦਾਦੀ ਆ ਮੈਂ ਹੁਣ ਜਿੱਦਣ ਆਈ ਉਦਣ ਵੀ ਪਰੋਲੀਆਂ ਲਾ ਕੇ ਆਈ ਆ। आखिरी दिन ਆਖਰੀ ਦਿਨ ਮੈਂ ਕਿਹਾ ਰਜ਼ਵਾਨਾ ਤੇ ਇੱਥੋਂ ਧੌਣ ਆਪਣੇ ਆਪ ਨਹੀਂ ਚੱਕ ਹੁੰਦੀ, ਤੂੰ ਪਰੋਲੀਆਂ ਕਿੱਦਾਂ ਲਾ ਲੀਆਂ, ਲੱਤਾਂ ਵੀ ਟੁੱਟੀਆਂ। ਦਾਦੀ ਤੈਨੂੰ ਮੈਂ ਕੀ ਦੱਸਾਂ, ਜਦੋਂ ਮੇਰੇ ਆ ਸਿਰ 'ਚ ਜ਼ਖਮਾਂ 'ਚ ਸੋਟੀਆਂ ਮਾਰਦੀ ਨਾ ਕੰਨ 'ਚ ਜਿੱਥੇ ਜ਼ਖਮ ਆ, ਦਾਦੀ ਮੈਂ ਅੱਜ ਲੇਟ ਕੇ ਪਰੋਲੀ। ਮੈਂ ਜ਼ੁਲਮ ਦੀ ਇੰਤਹਾ ਕੀਤੀ, ਮੈਨੂੰ ਅੱਗੇ ਵਲਦਾ ਦਿੱਤਾ ਵੀ ਰਜ਼ਵਾਨਾ ਤੇ ਇੱਥੋਂ ਤੇ ਹਿੱਲਿਆ ਨਹੀਂ ਜਾਂਦਾ ਤੇ ਪਰੋਲੀਆਂ ਤੂੰ ਕਿੱਦਾਂ ਲਾਉਂਦੀ ਰਹੀ ਹੈ, ਤੂੰ ਆਂਦੀ ਮੈਂ ਪਰੋਲੀਆਂ ਲਾ ਕੇ ਆਈ। ਆਦੀ ਦਾਦੀ ਤੈਨੂੰ ਮੈਂ ਕੀ ਦੱਸਾਂ ਜੋ ਮੇਰੇ ਨਾਲ ਜ਼ੁਲਮ ਕੀਤਾ। ਮੈਂ ਉੱਤੋਂ ਮੇਰੇ ਸੋਟੀਆਂ ਮਾਰਦੇ ਹੁੰਦੇ ਹੀ ਮਜਬੂਰ ਹੋ ਗਏ। ਇੰਜ ਦਾਦੀ ਮੈਂ ਲੇਟ ਕੇ ਨਾ ਪਰੋਲੀਆਂ ਲਾਉਂਦੀ ਸੀ। ख़वातीन हज़रात, यहाँ सबसे बड़ी जिम्मेदारी आयद होती है उन तमाम वकला यूनियंस के ऊपर जो किसी अंदाज से एक आखिरी बार आवर साबित हो सकते हैं, एक ऐसा हमला साबित हो सकता है, एक ऐसा प्रेशर क्रिएट करने वाला मॉब साबित हो सकते हैं जो कि इस सारे केस को किसी मस्बत समत इसका कोई हल या इसका कोई नतीजा जो है वो पहुंचा सकते हैं। अगर आज भी उसी बदमस्त हाथी पर सवार अपने इख्तियारात के नशे में चूर ख्वाब खरगोश के मज़े झूठते हुए ये तमाम तर वकला यूनियंस, ये तमाम तर जज साहिबान अगर यही आज भी समझते रहेंगे कि हम किसी हवा की बेटी पर जुल्म सितम करने के बाद बरोज़े महशर भी सुरखरू हो जाएंगे, तो मेरा ख्याल है कि ऐसा नहीं है। आप अगर ज़मीनी खुदा हैं, अगर आपके पास तमाम तर इख्तियारात हैं, तो कोई शख्स कोई ऐसा होगा और जो अल्लाह रब्बुल इज़्ज़त की बेआवाज़ लाठी बनकर आप पर बरसेगा और आपको इस चीज़ का एहसास दिलाएगा कि सिर्फ आप ही ज़मीनी खुदा नहीं है बल्कि हकीकी खुदा भी मौजूद है जो कि कुल इख्तियारात का मालिक है। उस बच्ची के वालिद से बात कर लेते हैं। सर मुझे ये बताइएगा, अभी बताया जा रहा है कि CM साहब भी आ रहे हैं और इदारे कोऑपरेट कर रहे हैं आपके साथ, हवा यही बनाई गई है, आपका इस पर क्या मुतालबा है? हाँ जी, पता लगा जी आ रहे हैं CM साहब, तो शाम का टाइम है, अभी तक आए नहीं, शायद आ जाएं। आपने ये बात दुरुस्त है कि 10,000 रुपया लेकर बच्ची को दिया था? हाँ जी। 10,000 रुपया महाना पर या 10,000 रुपया कर्ज लेकर दिया था? नहीं, 10,000 महीना। ठीक है, तो आपको 6 माह के पैसे मिले? हाँ, 6-7 महीने बच्ची ने काम किया, पैसे ना जेड़े बंदे ने लवाई सी ना उस बंदे को पैसे 60-70 हज़ार दिया आपको? हाँ, वो नहीं इकट्ठे नहीं सी लाए, महीने दे महीने मिलती तनख्वाह, वो बर वक्त मिलती रही? हाँ, महीने दे महीने। बहरहाल ख़वातीन हज़रात, अगर कोई शख्स मिसाल के तौर पर आपने ख़रीद भी लिया है, वो ग़ुलाम भी है, वो आपकी लौंडी भी है, उस सब के बावजूद भी आपके पास ये इख्तियारात नहीं आते, उस शख्स के, उस इंसान के भी कुछ हुकूक़ हैं, कम से कम ये वो डिज़र्व नहीं करता कि उसके साथ इतना गैर इखलाकी, इतना गैर इंसानी तरीक़ा जो है वो अपनाया जाए कि उसकी हड्डियाँ तोड़ दी जाएँ और टूटी हुई हड्डियों और ताज़ा ज़ख्मों के ऊपर अगेन वार किया जाए, ना सिर्फ मियाँ बीवी की जानिब से बल्कि उनके बच्चों की जानिब से भी उस ज़िंदा सांस लेती बच्ची को एक खिलौना समझकर उस पर तशद्दुद किया जाए। इसका क्या नतीजा निकलता है, क्या नहीं निकलता, ये अभी भी एक सवालिया निशान है, बावजूद इसके कि बेशुमार मीडिया रिपोर्ट्स बन चुकी, हम अपने तय चीख चुके, लेकिन अभी तक वकला यूनियन उस तरह से सामने इस केस पर नहीं आ रहे जिस तरह से ये केस तशवीशनाक है और अलमनाक है। मुझे इजाज़त दीजिए, अल्लाह हाफ़िज़।